ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ। ਮੈਂ ਹਾਂ ਸੁਰਿੰਦਰ ਢੱਲਾ। ਪੰਜਾਬ ਇਸ ਵੇਲੇ ਵਿੱਚ ਅੱਜ ਦੀਆਂ ਵੱਡੀਆਂ ਅਤੇ ਖਾਸ ਖਬਰਾਂ ਸਾਂਝੀਆਂ ਵੀ ਕਰਾਂਗੇ ਤੇ ਉਹਨਾਂ ਦਾ ਐਨਾਲਿਸਿਸ ਵੀ ਕਰਾਂਗੇ। ਔਰ ਸਭ ਤੋਂ ਪਹਿਲਾਂ ਅੱਜ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਦੀ ਗੱਲ ਕਰਦੇ ਹਾਂ। 2 ਦਿਨਾਂ ਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ, ਸਪੈਸ਼ਲ ਸੈਸ਼ਨ ਹੈ। ਅੱਜ ਔਰ ਇਸ ਤੋਂ ਬਾਅਦ 11 ਨਵੰਬਰ 2 ਦਿਨ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਹੈ, ਜਿਸ ਵਿੱਚ ਵੱਡੇ ਫੈਸਲੇ ਲਏ ਜਾਣ ਦੀ ਉਮੀਦ ਬਣੀ ਸੀ। ਅੱਜ ਪਹਿਲੇ ਦਿਨ ਕੁਝ ਵਿਛੜੀਆਂ ਰੂਹਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਣੀ ਹੈ, ਜਿਨ੍ਹਾਂ ਦੇ ਵਿੱਚ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ। ਇਸ ਤੋਂ ਇਲਾਵਾ ਸਾਡੇ ਪੁਲਿਸ ਦੇ ਜਵਾਨ, ਫੌਜ ਦੇ ਜਵਾਨ ਜਿਹੜੇ ਸ਼ਹੀਦ ਹੋਏ ਸੀ ਜੰਮੂ ਕਸ਼ਮੀਰ ਦੇ ਵਿੱਚ, ਉਹ ਵੀ ਸ਼ਾਮਲ ਨੇ। ਇਸ ਤੋਂ ਇਲਾਵਾ ਕੁਝ ਰਾਜਨੀਤਿਕ ਹਸਤੀਆਂ ਅਤੇ ਕੁਝ ਸੁਤੰਤਰਤਾ ਸੈਨਾਨੀ ਨੇ। ਕੁੱਲ 7 ਸ਼ਖਸੀਅਤਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਣੀ ਹੈ, ਕਿਉਂਕਿ ਉਹ ਸਾਡੇ ਤੋਂ ਵਿਛੜੇ ਨੇ। ਮੈਨੂੰ ਇਹ ਲੱਗਦਾ ਹੈ ਕਿ ਖਾਸ ਤੌਰ ਦੇ ਉੱਤੇ ਅੱਜ ਦੇ ਸੈਸ਼ਨ ਦੇ ਵਿੱਚ BSF ਦੀ ਹੱਦ ਦੇ ਵਿੱਚ ਵਾਧਾ ਜਿਹੜਾ ਕੀਤਾ ਗਿਆ ਹੈ, 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਫੈਸਲਾ ਕੀਤਾ ਨੋਟੀਫਿਕੇਸ਼ਨ ਦੇ ਜ਼ਰੀਏ ਕਿ BSF ਦੀ ਹੱਦ ਹੋਏਗੀ। ਪੰਜਾਬ ਦੀਆਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਵੱਲੋਂ ਔਰ ਜਿਹੜੀ ਆਲ ਪਾਰਟੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਗਈ ਸੀ, ਉਹਦੇ ਵਿੱਚ ਵੀ ਇਹ ਕਿਹਾ ਗਿਆ ਸੀ ਕਿ ਅਸੀਂ ਇਸ ਫੈਸਲੇ ਦੇ ਰੋਸ ਵਜੋਂ ਵਿਧਾਨ ਸਭਾ ਦਾ ਸੈਸ਼ਨ ਬੁਲਾਵਾਂਗੇ। ਮੈਨੂੰ ਲੱਗਦਾ ਹੈ ਕਿ ਇੱਕ ਮਤਾ ਪਾਇਆ ਜਾਏਗਾ, ਜਿਹਦੇ ਵਿੱਚ ਭਾਰਤ ਸਰਕਾਰ ਤੋਂ ਮੰਗ ਕੀਤੀ ਜਾਏਗੀ ਕਿ BSF ਦੇ ਵਾਅਦੇ ਦੀ ਹੱਦ ਮੁੜ ਤੋਂ 15 ਕਿਲੋਮੀਟਰ ਕਰ ਦਿੱਤੀ ਜਾਏ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਆਪਣਾ ਭਾਸ਼ਣ ਰੱਖਣਗੇ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਵਿੱਚ ਖਾਸ ਤੌਰ ਦੇ ਉੱਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਔਰ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਔਰ ਡਾਕਟਰ ਦਲਜੀਤ ਚੀਮਾ ਵਰਗੇ ਲੀਡਰ ਜ਼ਰੂਰ ਆਪਣੀ ਗੱਲ ਰੱਖਣਗੇ। ਲੋਕ ਇਨਸਾਫ ਪਾਰਟੀ ਵੱਲੋਂ ਸਿਮਰਜੀਤ ਬੈਂਸ ਵੀ ਅੱਜ ਇਸ ਵਿਸ਼ੇ 'ਤੇ ਆਪਣੀ ਗੱਲ ਰੱਖ ਸਕਦੇ ਨੇ। ਸੈਸ਼ਨ 11 ਤਰੀਕ ਨੂੰ ਵੀ ਹੋਣਾ ਹੈ ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਾਵਰ ਪਰਚੇਜ਼ ਐਗਰੀਮੈਂਟ ਦੇ ਮੁੱਦੇ 'ਤੇ ਵੀ ਚਰਚਾ ਹੋ ਸਕਦੀ ਹੈ। ਹਾਲਾਂਕਿ ਕੱਲ੍ਹ ਪੰਜਾਬ ਸਰਕਾਰ ਨੂੰ ਜ਼ਰੂਰ ਝਟਕਾ ਲੱਗਿਆ। ਜਿਹੜਾ ਬਿਜਲੀ ਟ੍ਰਿਬਿਊਨਲ ਹੈ ਉਸ ਵੱਲੋਂ ਕੁਝ ਸਵਾਲ ਖੜੇ ਕੀਤੇ ਗਏ ਨੇ। ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕਰਨ ਦੀ ਗੱਲ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਆਰੰਭੀ ਗਈ ਸੀ, ਉਹਦੇ ਉੱਪਰ ਹੋਰ ਵਿਸਥਾਰ ਨੇ ਜਿਹੜੇ ਉਹ ਸਾਨੂੰ ਮਿਲਣਗੇ। ਔਰ ਇਹ ਵੀ ਲੱਗਦਾ ਹੈ ਕਿ ਪੰਜਾਬ ਦੀ ਸਰਕਾਰ ਹੈ ਜਿਹੜੀ ਇਸ ਸੈਸ਼ਨ ਦੇ ਵਿੱਚ ਬਿਜਲੀ ਨਾਲ ਸੰਬੰਧਿਤ ਕੋਈ ਖਾਸ ਐਲਾਨ ਕਰ ਸਕਦੀ ਹੈ, ਜਾਂ ਅਸੀਂ ਵੇਖ ਰਹੇ ਹਾਂ ਕਿ ਪਾਵਰ ਪਰਚੇਜ਼ ਐਗਰੀਮੈਂਟ ਨਾਲ ਜੁੜੇ ਜਿਹੜੇ ਐਲਾਨ ਨੇ ਕੁਝ ਹੋ ਸਕਦੇ ਨੇ। ਪਰ ਇਸ ਦਾ ਨਤੀਜਾ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਹੀ ਨਿਕਲੇਗਾ। ਕਿ ਮਾਈਨਿੰਗ ਪਾਲਿਸੀ ਦੇ ਉੱਤੇ ਵੀ ਕੋਈ ਗੱਲ ਹੋ ਸਕਦੀ ਹੈ, ਐਕਸਾਈਜ਼ ਪਾਲਿਸੀ 'ਤੇ ਵੀ ਕੋਈ ਗੱਲ ਹੋ ਸਕਦੀ ਹੈ, ਇਹਦੇ 'ਤੇ ਸਭ ਦੀ ਨਜ਼ਰ ਰਹੇਗੀ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁਲਾਜ਼ਮ ਲੰਮੇ ਸਮੇਂ ਤੋਂ ਮੰਗ ਰਹੇ ਨੇ ਕਿ ਉਹਨਾਂ ਨੂੰ ਪੇ ਕਮਿਸ਼ਨ ਦਿੱਤਾ ਜਾਵੇ। ਔਰ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਤੇ ਵੀ ਕੀ ਵਿਧਾਨ ਸਭਾ ਦੇ ਵਿੱਚ ਚਰਨਜੀਤ ਚੰਨੀ ਦੀ ਸਰਕਾਰ ਕੋਈ ਖਾਸ ਫੈਸਲਾ ਕਰੇਗੀ, ਮੁਲਾਜ਼ਮਾਂ ਦੀ ਨਜ਼ਰ ਵੀ ਇਸ ਪਾਸੇ ਬਣੀ ਰਹੇਗੀ। ਵਿਧਾਨ ਸਭਾ ਸੈਸ਼ਨ ਦੇ ਵਿੱਚ ਅੱਜ ਕਿਹੜੇ ਹੋਰ ਮੁੱਦੇ ਨੇ ਜਿਹੜੇ ਉੱਠ ਸਕਦੇ ਨੇ ਔਰ ਕਿਹੜੇ ਲੀਡਰ ਭਾਸ਼ਣਾਂ ਦੇ ਵਿੱਚ ਕਿਹੜੇ ਮੁੱਦੇ ਚੱਕ ਸਕਦੇ ਨੇ। ਖਾਸ ਤੌਰ 'ਤੇ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਦੀ ਗੱਲ ਕਰ ਸਕਦੇ ਨੇ, ਕਿਹੜੀ ਮੰਗ ਰੱਖ ਸਕਦੇ ਨੇ ਆਪਣੇ ਭਾਸ਼ਣ ਦੇ ਦੌਰਾਨ। ਸੀਨੀਅਰ ਪੱਤਰਕਾਰ ਵਿਜੇ ਮੌਰਿਆ ਮੇਰੇ ਨਾਲ ਮੌਜੂਦ ਨੇ। ਵਿਜੇ ਮੌਰਿਆ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਮੌਰਿਆ ਸਾਹਿਬ, ਕਿਵੇਂ ਵੇਖਦੇ ਹੋ ਨਵਜੋਤ ਸਿੰਘ ਸਿੱਧੂ ਮੁੱਦਿਆਂ 'ਤੇ ਸਟੈਂਡ ਲਈ ਪੰਜਾਬ ਦੇ ਵਿੱਚ ਖੜੇ ਨੇ ਔਰ ਪੰਜਾਬ ਦੇ ਸਾਰੇ ਮੁੱਦਿਆਂ 'ਤੇ ਉਹਨਾਂ ਦਾ ਸਟੈਂਡ ਸਪਸ਼ਟ ਹੈ ਔਰ ਉਹ ਚਾਹੁੰਦੇ ਨੇ ਕਿ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਫੈਸਲੇ ਕਰਕੇ ਦਿੱਤੇ ਜਾਣ। 18 ਸੂਤਰੀ ਏਜੰਡਾ ਜਿਹੜਾ ਕਾਂਗਰਸ ਦੀ ਹਾਈ ਕਮਾਂਡ ਨੇ ਬਣਾਇਆ ਸੀ, ਉਹਦੀ ਪਹਿਰੇਦਾਰੀ ਕਰ ਰਹੇ ਨੇ। BSF ਦੇ ਉੱਤੇ ਪਹਿਲਾਂ ਵੀ ਉਹਨਾਂ ਨੇ ਆਪਣੀ ਰਾਏ ਸਪਸ਼ਟ ਕੀਤੀ ਸੀ ਕਿ ਆਲ ਪਾਰਟੀ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਤਾਂ ਚਾਹੁੰਦਾ ਕਿ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ ਜਾਵੇ ਅਤੇ ਮੈਂ ਤਿਆਰ ਹਾਂ, ਆਪਣੀ ਦੇਹ ਵੀ ਅਗਰ ਤਿਆਗਣੀ ਪਵੇ ਸੂਬੇ ਲਈ, ਇਹਨਾਂ ਮੁੱਦਿਆਂ ਲਈ, ਅਤੇ ਮੈਂ ਖੜ੍ਹਾ। ਅੱਜ ਨਵਜੋਤ ਸਿੰਘ ਸਿੱਧੂ BSF ਦੇ ਸਬੰਧ ਦੇ ਵਿੱਚ ਆਪਣੀ ਗੱਲ ਰੱਖਣਗੇ। ਉਸ ਤੋਂ ਇਲਾਵਾ ਹੋਰ ਕਿਹੜੀ ਗੱਲ ਰੱਖ ਸਕਦੇ ਨੇ? ਦੇਖੋ ਢਿੱਲੋਂ ਸਾਹਿਬ, ਜਿਹੜਾ ਅੱਜ ਸੈਸ਼ਨ ਹੋ ਰਿਹਾ ਹੈ, ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਜਿਵੇਂ ਲਗਾਤਾਰ ਗੱਲ ਕਰਦੇ ਰਹੇ, ਖਾਸ ਤੌਰ 'ਤੇ ਇਨਸਾਫ ਦੀ ਗੱਲ, ਖਾਸ ਤੌਰ 'ਤੇ ਬੇਅਦਬੀ ਜਿਹੜਾ ਮਾਮਲਾ ਸੀਗਾ ਇਹ ਬਹੁਤ ਪਖਰਿਆ ਪੰਜਾਬ ਦੇ ਵਿੱਚ ਔਰ ਉਹਦਾ ਇਨਸਾਫ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਰਕਾਰ ਸੀ ਉਹਦੇ 'ਚ ਵੀ ਨਹੀਂ ਹੋ ਪਾਇਆ ਔਰ ਕੈਪਟਨ ਸਾਹਿਬ ਜਦੋਂ ਇੱਥੇ ਮੁੱਖ ਮੰਤਰੀ ਸੀ ਉਦੋਂ ਵੀ ਨਹੀਂ ਹੋ ਪਾਇਆ। ਅਤੇ ਚੰਨੀ ਸਾਹਿਬ ਨੇ ਜਦੋਂ ਚਾਰਜ ਸੰਭਾਲਿਆ ਸੀਗਾ CMਸ਼ਿਪ ਦਾ, ਅਤੇ ਉਹਨਾਂ ਨੇ ਵੀ ਵੱਧ ਚੜ੍ਹ ਕੇ ਗੱਲ ਕੀਤੀ ਸੀ ਕਿ ਅਸੀਂ ਗੁਰੂਆਂ ਦਾ ਇਨਸਾਫ ਕਰਾਂਗੇ, ਇਹ ਜਿਹੜਾ ਬੇਅਦਬੀ ਕਾਂਡ ਉਹਦੇ ਆਰੋਪੀ ਅਰੈਸਟ ਕਰਾਂਗੇ। ਔਰ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ, ਜਿਹੜੀ ਉਹ ਨਸ਼ਿਆਂ ਦੀ ਜਿਹੜੀ ਸਿੱਟ ਬਣੀ ਹੋਈ ਸੀ ਉਹਦੀ ਰਿਪੋਰਟ ਵੀ ਆਉਣੀ ਸੀਗੀ, ਉਹਦੇ 'ਤੇ ਵੀ ਲੱਗ ਰਿਹਾ ਕਿ ਇੱਦਾਂ ਦਾ ਹੋਣਾ ਚਾਹੀਦਾ ਫੈਸਲਾ। ਕਿਉਂਕਿ ਦੇਖੋ, ਆਮ ਫੈਸਲੇ ਜਿਹੜੇ ਲੋਕਾਂ ਨੂੰ ਰਾਹਤ ਦੇਣ ਵਾਲੇ ਉਹ ਤਾਂ ਠੀਕ ਹੈ,
ਲੇਕਿਨ ਵੱਡੇ ਜਿਹੜੇ ਮਸਲੇ ਸਾਹਮਣੇ ਪੰਜਾਬ ਦੇ ਲੋਕਾਂ ਦੇ ਹੈਗੇ ਜਿਨ੍ਹਾਂ ਤੇ ਚੋਣਾਂ ਹੋਈਆਂ, ਜਿਹੜੇ ਮੁੱਦੇ ਬਣੇ ਜੀ ਉਹਨਾਂ ਦੇ ਖਾਸ ਤੌਰ ਤੇ ਜਿਵੇਂ ਰੇਤੇ ਦੀ ਗੱਲ ਕਰ ਲਓ, ਸ਼ਰਾਬ ਦੀ ਗੱਲ ਕਰ ਲਓ, ਜਿਹੜੀ ਐਕਸਾਈਜ਼ ਪਾਲਿਸੀ ਹੈ ਉਹਦੇ ਤੇ ਗੱਲ ਕਰ ਲਓ, ਸੋ ਔਰ ਬਰਗਾੜੀ ਮਾਮਲੇ ਦੇ ਬੇਅਦਬੀ ਮਾਮਲੇ ਜਿਹੜੇ ਹੈਗੇ, ਇਹ ਸਭ ਤੋਂ ਵੱਡੇ ਮਾਮਲੇ ਹੈਗੇ ਆ। ਔਰ ਇਹਨਾਂ ਤੇ ਇਨਸਾਫ ਲੋਕੀ ਦੇਖ ਰਹੇ, ਬੜੀ ਟਕਟਕੀ ਲਗਾ ਕੇ ਦੇਖ ਰਹੇ ਹੈ ਵੀ ਕਦ ਤੱਕ ਇਹ ਚੰਨੀ ਸਰਕਾਰ ਇਹ ਫੈਸਲੇ ਕਰਦੀ ਹੈ, ਕਿਉਂਕਿ ਚੰਨੀ ਸਾਹਿਬ ਨੇ ਵੱਡੇ ਫੈਸਲੇ ਕਰਨ ਦੀ ਗੱਲ ਕਹੀ ਸੀਗੀ ਔਰ ਹਜੇ ਤੱਕ ਉਹਦੇ ਤੇ ਕੁਝ ਹੋਇਆ ਨਹੀਂ ਹੈ। ਹਾਂ ਜ਼ਰੂਰ ਹੈ ਕਿ ਉਹਨੇ ਬਿਜਲੀ ਸਸਤੀ ਕਰ ਦਿੱਤੀ ਹੈ, ਪਰ ਜਿੱਥੇ ਤੱਕ ਆਪਾਂ ਗੱਲ ਕਰੀਏ ਬਿਜਲੀ PAV ਜਿਹੜੇ ਆਪਣੇ ਪ੍ਰਾਈਵੇਟ ਜਿਹੜੇ ਆਪਣੇ ਬਿਜਲੀ ਦੇ ਜਿਹੜੇ ਸਮਝੌਤੇ ਸੀ ਉਹਨਾਂ ਨੂੰ ਰੱਦ ਕਰਨ ਦੀ ਗੱਲ ਹੈ, ਉੱਥੋਂ ਦੇਖੋ ਤੁਸੀਂ ਕੋਰਟ 'ਚ ਮਾਮਲਾ ਅਟਕ ਗਿਆ। ਸੋ ਕੁੱਲ ਮਿਲਾ ਕੇ ਹਜੇ ਕਾਫੀ ਤਸਵੀਰ ਠੀਕ ਕਰਨ ਦੀ ਲੋੜ ਹੈ, ਜੋ ਕਿ ਲੋਕ ਉਹ ਵੇਟ ਕਰ ਰਹੇ ਕਿ ਕਦ ਤੱਕ ਇਹ ਫੈਸਲੇ ਹੋਣਗੇ। ਬਿਲਕੁਲ ਠੀਕ ਹੈ। ਸੋ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਰਿਐਕਸ਼ਨ ਵੀ ਨੇ ਜਿਹੜੇ ਉਹ ਲਗਾਤਾਰ ਆ ਰਹੇ ਨੇ। ਆਮ ਆਦਮੀ ਪਾਰਟੀ ਵੱਲੋਂ ਹਰਪਾਲ ਚੀਮਾ ਨੇ ਤਾਂ ਚਰਨਜੀਤ ਚੰਨੀ ਦੇ 49 ਦਿਨਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਕਮਜ਼ੋਰ ਰਹੀ ਹੈ। 49 ਦਿਨ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਇਤਿਹਾਸਕ ਦਿਨ ਨੇ। ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਦਿੱਲੀ ਦੇ ਵਿੱਚ 49 ਦਿਨ ਚੱਲੀ ਸੀ। 49 ਦਿਨਾਂ ਦੇ ਵਿੱਚ ਵੱਡੀ ਪੱਧਰ ਤੇ ਭ੍ਰਿਸ਼ਟਾਚਾਰੀ ਜੇਲ੍ਹਾਂ 'ਚ ਭੇਜੇ ਸੀਗੇ। 49 ਦਿਨਾਂ ਦੇ ਵਿੱਚ ਲੋਕਾਂ ਨੂੰ ਇੰਨੀਆਂ ਸਕੀਮਾਂ ਜਾਰੀ ਕੀਤੀਆਂ ਸੀ, ਇੰਨੇ ਰਾਹਤ ਕਾਰ ਦਿੱਤੇ ਸੀਗੇ। ਲੋਕਾਂ ਨੂੰ ਇੱਕ ਮਾਡਲ ਸੀ ਜਿਹੜਾ ਅਰਵਿੰਦ ਕੇਜਰੀਵਾਲ ਜੀ ਦਾ ਮਾਡਲ, ਦਿੱਲੀ ਦਾ ਮਾਡਲ ਜਿਹਨੂੰ ਅਸੀਂ ਕਹਿ ਦਿੰਦੇ ਆ, ਉਹ ਦਿੱਲੀ ਦੇ ਲੋਕਾਂ ਦੇ ਸਾਹਮਣੇ 49 ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿਖਾਇਆ ਸੀਗਾ। ਅੱਜ ਪੰਜਾਬ ਦੇ ਵਿੱਚ ਚੰਨੀ ਸਾਹਿਬ ਦੀ ਸਰਕਾਰ ਨੂੰ ਪੂਰੇ 49 ਦਿਨ ਹੋ ਗਏ। ਇਹਨਾਂ 49 ਦਿਨਾਂ ਦੇ ਵਿੱਚ ਇੱਕ ਵੀ ਰੇਤ ਮਾਫੀਆ ਚਲਾਉਣ ਵਾਲਾ ਭ੍ਰਿਸ਼ਟਾਚਾਰੀ ਜੇਲ੍ਹ 'ਚ ਨਹੀਂ ਗਿਆ। ਇਹਨਾਂ 49 ਦਿਨਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਇੱਕ ਵੀ ਦੋਸ਼ੀ ਜੇਲ੍ਹ 'ਚ ਨਹੀਂ ਗਿਆ। ਇਹਨਾਂ 49 ਦਿਨਾਂ ਦੇ ਵਿੱਚ ਜਿਹੜੇ ਸਾਡੇ 2 ਨੌਜਵਾਨ ਮਾਰੇ ਗਏ ਸੀ ਗੋਲੀਆਂ ਦੇ ਨਾਲ, ਉਹਨਾਂ ਦਾ ਇੱਕ ਵੀ ਦੋਸ਼ੀ ਜੇਲ੍ਹ ਦੇ ਵਿੱਚ ਨਹੀਂ ਗਿਆ। ਜਦਕਿ ਇਨਵੈਸਟੀਗੇਸ਼ਨ ਜਿਹੜੀ ਆ ਉਹ ਪਿਛਲੇ 4.5 ਸਾਲਾਂ ਤੋਂ ਲਗਾਤਾਰ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ 'ਚ ਕਰ ਰਹੀ ਹੈ। ਇੱਕ ਵੀ ਭ੍ਰਿਸ਼ਟਾਚਾਰੀ, ਸਿੰਗਲ ਵੀ ਭ੍ਰਿਸ਼ਟਾਚਾਰੀ ਪੰਜਾਬ ਦਾ ਚੰਨੀ ਸਾਹਿਬ ਨੇ ਜੇਲ੍ਹ 'ਚ ਨਹੀਂ ਭੇਜਿਆ। ਉਧਰ ਪੰਜਾਬ ਦੇ ਮੰਤਰੀ ਮੰਡਲ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ ਵੈਟ ਘਟਾਇਆ ਗਿਆ। 10 ਰੁਪਏ ਪੈਟਰੋਲ ਦੀ ਕੀਮਤ ਘਟਾ ਦਿੱਤੀ ਗਈ ਹੈ ਵੈਟ ਦੇ ਰੂਪ 'ਚ, ਔਰ 5 ਰੁਪਏ ਡੀਜ਼ਲ ਦੀ ਕੀਮਤ ਘਟਾ ਦਿੱਤੀ ਗਈ ਹੈ ਵੈਟ ਦੇ ਰੂਪ 'ਚ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਵਿੱਚ 29 ਜ਼ਿਮਨੀ ਚੋਣਾਂ ਅਤੇ ਕੁਝ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਮਾੜੀ ਕਾਰਗੁਜ਼ਾਰੀ ਦਾ ਸਾਹਮਣਾ ਕਰਨਾ ਪਿਆ। ਹਿਮਾਚਲ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ 3 ਵਿਧਾਨ ਸਭਾ ਦੀਆਂ ਤੇ 1 ਲੋਕ ਸਭਾ ਦੀ ਸੀਟ ਹਾਰੀ। ਹਰਿਆਣਾ 'ਚ 1 ਵਿਧਾਨ ਸਭਾ ਦੀ ਸੀਟ ਹਾਰੀ। ਹਾਲਾਂਕਿ ਪੱਛਮੀ ਬੰਗਾਲ 'ਚ ਵੀ ਭਾਜਪਾ ਹਾਰੀ। ਹਾਲਾਂਕਿ ਮੱਧ ਪ੍ਰਦੇਸ਼ ਅਤੇ ਅਸਾਮ 'ਚ ਜਿੱਤੀ। ਪਰ ਬੀਜੇਪੀ ਨੂੰ ਇਹਨਾਂ ਹਾਰਾਂ ਤੋਂ ਬਾਅਦ ਇਹ ਮਹਿਸੂਸ ਹੋਇਆ ਕਿ ਸੱਚਮੁੱਚ ਮਹਿੰਗਾਈ ਵੱਧ ਗਈ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ 110 112 ਤੇ ਪਹੁੰਚੀਆਂ, ਡੀਜ਼ਲ 100 ਪਾਰ ਹੋ ਗਿਆ। ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਘਟਾਈ, ਪੈਟਰੋਲ ਡੀਜ਼ਲ ਸਸਤੇ ਹੋਏ ਅਤੇ ਸੂਬਿਆਂ ਨੂੰ ਕਿਹਾ ਕਿ ਤੁਸੀਂ ਵੀ ਘਟਾਓ। ਇਸ ਤੋਂ ਬਾਅਦ ਦੇਸ਼ ਦੇ ਕਈ ਸੂਬਿਆਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਈਆਂ। ਪੰਜਾਬ ਸਰਕਾਰ ਵੱਲੋਂ ਵੀ 10 ਰੁਪਏ ਤੇ 5 ਰੁਪਏ ਘਟਾਏ ਗਏ। ਹਾਲਾਂਕਿ ਹਰਸਿਮਰਤ ਕੌਰ ਬਾਦਲ ਸੰਤੁਸ਼ਟ ਨਹੀਂ ਹੈ। ਉਹ ਚਾਹੁੰਦੇ ਸੀ ਕਿ ਹੋਰ ਕਟੌਤੀ ਕੀਤੀ ਜਾਂਦੀ। ਹਾਲਾਂਕਿ ਇਹ ਸਾਰੀਆਂ ਪਾਰਟੀਆਂ ਚਾਹੁੰਦੀਆਂ ਨੇ। ਮੋਰਾ ਸਾਹਿਬ, ਤੁਸੀਂ 10 ਰੁਪਏ ਤੇ 5 ਰੁਪਏ ਘਟਾਏ ਜਾਣ ਨੂੰ ਕਿਵੇਂ ਵੇਖਦੇ ਹੋ? ਕਿੰਨੀ ਕੁ ਰਾਹਤ ਹੈ ਇਹ ਲੋਕਾਂ ਦੇ ਲਈ? ਦੇਖੋ ਨਵਜੋਤ ਸਿੰਘ ਸਿੱਧੂ ਵੀ, ਦੇਖੋ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਮਾਈਨਸ ਨਹੀਂ ਕਰ ਸਕਦੇ। ਨਵਜੋਤ ਸਿੰਘ ਸਿੱਧੂ ਵੀ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਕਿ ਵੱਡੀ ਰਾਹਤ ਹੈ ਜਿਹੜੀ ਸੂਬੇ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ। ਦੇਖੋ ਡੱਲਾ ਸਾਹਿਬ, ਜਿੱਥੇ ਤੱਕ ਰਾਹਤ ਦੇਣ ਦੀ ਗੱਲ ਹੈ, ਠੀਕ ਹੈ, ਚੰਨੀ ਸਾਹਿਬ ਦਾ ਜਿਹੜਾ ਇਹ ਪ੍ਰਯਾਸ ਹੈ ਬਹੁਤ ਸਫਲ ਰਿਹਾ ਔਰ ਆਮ ਲੋਕਾਂ ਨੂੰ ਰਾਹਤ ਮਿਲੇਗੀ। ਸੈਂਟਰ ਸਰਕਾਰ ਨੇ ਵੀ ਘਟਾਇਆ, ਲੇਕਿਨ ਹੋਰ ਇਹਦੇ 'ਚ ਕੀਮਤਾਂ ਦੀ ਗੱਲ ਜਿਹੜੀ ਕਹਿ ਲਓ ਘਟਾਉਣ ਦੀ ਵਾਕਈ ਲੋੜ ਹੈ, ਕਿਉਂਕਿ ਹਜੇ ਵੀ ਜਿਹੜਾ ਤਕਰੀਬਨ 95 ਰੁਪਏ ਪੈਟਰੋਲ ਪਰ ਲੀਟਰ ਔਰ 83 ਰੁਪਏ ਦੇ ਕਰੀਬ ਇਹ ਜਿਹੜਾ ਸਾਨੂੰ ਡੀਜ਼ਲ ਪਏਗਾ ਹਜੇ ਵੀ। ਤਾਂ ਜਿਹੜੀ ਕਿ ਇੰਟਰਨੈਸ਼ਨਲ ਕੀਮਤਾਂ ਨੇ ਉਹ ਘੱਟ ਨੇ, ਜਦ ਕਿ ਸਾਡੇ ਇੰਡੀਆ ਦੇ ਵਿੱਚ ਉਹ ਵੈਟ ਲੱਗਣ ਕਰਕੇ ਇੰਨਾ ਕੁ ਵੱਧ ਜਾਂਦਾ ਜਿਹਦੇ 'ਚ ਉਹਦੇ ਸਰਚਾਰਜ ਹੈ, ਐਡੀਸ਼ਨਲ ਚਾਰਜਸ ਨੇ, ਸਪੈਸ਼ਲ ਚਾਰਜ ਵੀ ਇਹਦੇ 'ਚ ਲੱਗਦਾ ਹੈ। ਤਾਂ 3-4 ਵੱਡੇ ਟੈਕਸਿਸ ਲੱਗ ਜਾਂਦੇ, ਸੈਸ ਵੀ ਲੱਗਦਾ। ਤਾਂ ਇੰਨੀ ਵੱਡੀ ਜਿਹੜੀ ਲੱਗ ਜਾਂਦੀ ਹੈ ਉਹਦੇ 'ਚ ਟੈਕਸ, ਉਹਦੇ ਕਰਕੇ ਇਹਦਾ ਜਿਹੜਾ ਪੈਸਿਆਂ ਦਾ ਜਿਹੜਾ ਮੁੱਲ ਵੱਧ ਜਾਂਦਾ। ਤਾਂ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ, ਉਹਨੂੰ ਹੋਰ ਸੈੱਟ ਕਰਨ ਦੀ ਲੋੜ ਹੈ। ਹੱਦ ਬਣਨੀ ਚਾਹੀਦੀ। ਮੇਰਾ ਇਹ ਮੰਨਣਾ ਹੈ ਕਿ ਡੀਜ਼ਲ ਹੈ ਜਿਹੜਾ ਉਹ 50 ਰੁਪਏ ਲੀਟਰ ਹੋਣਾ ਚਾਹੀਦਾ ਸਾਡੇ ਮੁਲਕ 'ਚ, ਔਰ ਪੈਟਰੋਲ 60 ਰੁਪਏ ਪ੍ਰਤੀ ਲੀਟਰ ਹੋਣਾ ਚਾਹੀਦਾ, ਤਾਂ ਕਿ ਇੱਕ ਸਮਾਨਤਾ ਆਵੇ ਔਰ ਇਹਦੇ ਨਾਲ ਹੀ ਮਹਿੰਗਾਈ ਘਟੇਗੀ। ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਨੇ ਤੇ ਫਿਰ ਯਾਤਰੀ ਕਿਰਾਏ ਵੱਧਦੇ ਨੇ, ਟੈਕਸੀ ਦਾ ਕਿਰਾਇਆ ਵੱਧਦਾ ਹੈ, ਆਟੋ ਦਾ ਕਿਰਾਇਆ ਵੱਧਦਾ ਹੈ, ਸਕੂਲੀ ਬੱਚਿਆਂ ਦੀਆਂ ਫੀਸਾਂ ਵੱਧ ਜਾਂਦੀਆਂ ਨੇ, ਨਾਲ ਸਬਜ਼ੀਆਂ ਵੱਧ ਜਾਂਦੀਆਂ ਨੇ, ਖਾਣ ਪੀਣ ਦੀ ਹਰ ਵਸਤੂ ਹੈ ਜਿਹੜੀ ਵੱਧ ਜਾਂਦੀ ਹੈ। ਔਰ ਕੱਲ ਭਾਰਤੀ ਜਨਤਾ ਪਾਰਟੀ ਦੀ 5 ਸੂਬਿਆਂ ਦੀ ਜਿਹੜੀ ਕਾਰਜਕਾਰਨੀ ਦੀ, ਰਾਸ਼ਟਰ ਕਾਰਜਕਾਰਨੀ ਦੀ ਬੈਠਕ ਸੀ, ਕੌਮੀ ਕਾਰਜਕਾਰਨੀ ਦੀ ਬੈਠਕ, ਉਹ 'ਚ 5 ਸੂਬਿਆਂ ਦੇ ਲੋਕ ਗਏ, ਲੀਡਰ ਗਏ। ਪੰਜਾਬ ਵੱਲੋਂ ਵੀ ਪੰਜਾਬ ਦੇ ਜਿਹੜੇ ਲੀਡਰ ਨੇ ਗਏ ਨੇ। ਮਹਾਰਾਜ ਸਾਹਿਬ,
ਭਾਰਤੀ ਜਨਤਾ ਪਾਰਟੀ ਦੀ ਇਸ ਕਾਰਜਕਾਰਨੀ ਦੀ ਬੈਠਕ 'ਚ ਵੀ ਕੀ ਆਹ ਗੱਲ ਉੱਭਰ ਕੇ ਆਈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਾਨੂੰ ਨੁਕਸਾਨ ਦੇ ਰਹੀਆਂ? ਦੇਖੋ ਢਿੱਲੋਂ ਸਾਹਿਬ, ਜਿਹੜੀ ਅੱਜ ਮੀਟਿੰਗ ਸੀਗੀ, ਕੱਲ ਮਾਫ ਕਰਨਾ, ਕੱਲ ਜਿਹੜੀ ਮੀਟਿੰਗ ਸੀਗੀ ਬੀਜੇਪੀ ਦੀ ਰਾਸ਼ਟਰ ਕਾਰਜਕਾਰਨੀ ਦੀ ਸੀ। ਖਾਸ ਤੌਰ ਤੇ 5 ਵਿਧਾਨ ਸਭਾ ਜਿਹੜੀ ਯੂਪੀ, ਪੰਜਾਬ, ਮਣੀਪੁਰ, ਗੋਆ ਦੇ ਵਿੱਚ, ਉੱਤਰਾਖੰਡ ਦੇ ਵਿੱਚ ਚੋਣਾਂ ਹੋਣੀਆਂ, ਉਹਦੇ ਵਿੱਚ ਕਿਸ ਤਰ੍ਹਾਂ ਪਾਰਟੀ ਅੱਗੇ ਜਾਵੇ ਔਰ ਕਿਸ ਤਰ੍ਹਾਂ ਜਿੱਤ ਪ੍ਰਾਪਤ ਕਰੇ, ਉਸ ਨੂੰ ਲੈ ਕੇ ਮੰਥਨ ਹੋਇਆ। ਔਰ ਇਸ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਦੀ ਉਪਲਬਧੀਆਂ, ਖਾਸ ਤੌਰ ਤੇ ਵੈਕਸੀਨੇਸ਼ਨ ਨੂੰ ਲੈ ਕੇ ਵਧਾਈ ਦਿੱਤੀ ਗਈ ਕਿ ਬੜਾ ਅੱਛਾ ਕੰਮ ਕੀਤਾ ਪੂਰੇ ਦੇਸ਼ ਦੇ ਵਿੱਚ, ਹੋਰ ਵੀ ਬੜਾ ਗੁਣਗਾਨ ਕੀਤਾ ਗਿਆ। ਔਰ ਇਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਸੀਗਾ TC ਬੀਜੇਪੀ ਨੂੰ ਕਿ ਜਿਹੜੀ 29 ਵਿਧਾਨ ਸਭਾ ਸੀਟਾਂ ਪੂਰੇ ਆਲ ਇੰਡੀਆ ਲੈਵਲ 'ਚ ਹੋਈਆਂ ਔਰ 4 ਲੋਕ ਸਭਾ ਚੋਣਾਂ ਹੋਈਆਂ, ਉਹਦੇ 'ਚ ਬੀਜੇਪੀ ਦੀ ਹਾਰ ਹੋ ਗਈ। ਹਾਲਾਂਕਿ ਮੱਧ ਪ੍ਰਦੇਸ਼ ਤੇ ਅਸਮ 'ਚ ਜਿੱਤੇ, ਲੇਕਿਨ ਕਾਂਗਰਸ ਦਾ ਜਿੱਥੇ ਹਿਮਾਚਲ 'ਚ ਅਗਲੇ ਸਾਲ ਚੋਣਾਂ ਨੇ ਉੱਥੇ ਹਾਰ ਗਏ। ਉੱਥੇ ਵੀ ਕਿਹਾ ਜਾ ਰਿਹਾ ਕਿ ਉੱਥੇ ਕਾਂਗਰਸ ਦੀ ਸਰਕਾਰ ਆ ਸਕਦੀ। ਤਾਂ ਇਸ ਤਰ੍ਹਾਂ ਬੀਜੇਪੀ ਨੂੰ ਬੜਾ ਕਰਾਰਾ ਝਟਕਾ ਲੱਗਿਆ। ਤੁਸੀਂ ਦੇਖਿਆ ਇਸ ਝਟਕੇ ਨੂੰ ਮਹਿੰਗਾਈ ਦੇ ਰੂਪ 'ਚ ਦਿੱਤਾ ਗਿਆ। ਜੈਰਾਮ ਠਾਕੁਰ ਜਿਹੜੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਉਹਨਾਂ ਨੇ ਬਿਆਨ ਆਇਆ ਸੀਗਾ ਕਿ ਮਹਿੰਗਾਈ ਸਾਨੂੰ ਲੈ ਡੁੱਬੀ। ਤਾਂ ਕਿਤੇ ਨਾ ਕਿਤੇ ਬੀਜੇਪੀ ਦੇ ਵਿੱਚ ਇਹ ਅਹਿਸਾਸ ਹੋ ਗਿਆ ਕਿ ਵਾਕਈ ਜਿਹੜਾ ਪੈਟਰੋਲ ਔਰ ਡੀਜ਼ਲ ਜਿਹਦਾ ਰੇਟ ਜ਼ਿਆਦਾ ਸੀਗਾ ਉਹਨੂੰ ਘਟਾਉਣਾ ਚਾਹੀਦਾ ਹੈ। ਔਰ ਇਸ 'ਤੇ ਮੰਥਨ ਵੀ ਹੋਇਆ ਕਿਉਂਕਿ ਪੰਜਾਬ ਔਰ ਯੂਪੀ ਦੇ ਵਿੱਚ ਖਾਸ ਤੌਰ 'ਤੇ 2022 ਦੇ ਵਿੱਚ ਚੋਣਾਂ ਨੇ ਤੇ ਬੀਜੇਪੀ ਕਿਸੇ ਤਰੀਕੇ ਨਾਲ ਵੀ ਯੂਪੀ ਨਹੀਂ ਹਾਰਨਾ ਚਾਹੇਗਾ ਕਿਉਂਕਿ ਉੱਥੋਂ ਨਾਲ ਲੋਕ ਸਭਾ ਦੀ ਜਿਹੜੀ ਸੀਟਾਂ ਵੀ ਵੱਧ ਰਹੇ, 80 ਸੀਟਾਂ ਨੇ ਔਰ ਉੱਥੋਂ ਹੀ ਕੇਂਦਰ ਦਾ ਰਸਤਾ ਖੁੱਲ੍ਹਦਾ। ਔਰ ਕਿਸਾਨ ਅੰਦੋਲਨ ਪੰਜਾਬ ਦੇ ਵਿੱਚ ਵੀ ਚੋਣਾਂ ਨੇ, ਸਾਨੂੰ ਪਤਾ ਹੈ ਆਉਣ ਵਾਲੇ ਸਮੇਂ 'ਚ ਉੱਤਰ ਪ੍ਰਦੇਸ਼ 'ਚ ਵੀ ਚੋਣਾਂ ਨੇ। ਕਿਸਾਨ ਅੰਦੋਲਨ ਦੇ ਹੱਲ 'ਤੇ ਵੀ ਚਰਚਾ ਹੋਈ ਹੋਣੀ ਹੈ ਇਸ ਮੀਟਿੰਗ 'ਚ? ਜੀ ਢਿੱਲੋਂ ਸਾਹਿਬ, ਇਹ ਬਹੁਤ ਵੱਡਾ ਮੁੱਦਾ ਹੈ ਕਿਉਂਕਿ ਕਿਸਾਨ ਪਿਛਲੇ 1 ਸਾਲ ਤੋਂ ਦਿੱਲੀ ਦੇ ਵਿੱਚ ਬੈਠੇ ਡੇਰਾ ਲਾ ਕੇ ਔਰ ਲਗਾਤਾਰ ਇਹ ਪ੍ਰੋਬਲਮ ਵੱਧਦੀ ਜਾ ਰਹੀ ਹੈ। ਕਦੇ ਉਹਨਾਂ ਨੂੰ ਹਟਾ ਦਿੱਤਾ ਜਾਂਦਾ, ਕਦੇ ਇੱਧਰ ਕਰ ਦਿੱਤਾ ਜਾਂਦਾ। ਔਰ ਸਭ ਤੋਂ ਵੱਡੀ ਗੱਲ, ਕਰੀਬ 700 ਕਿਸਾਨ ਸ਼ਹੀਦ ਹੋ ਗਏ ਉੱਥੇ, ਜਿਹੜੇ ਸਾਡੇ ਬਜ਼ੁਰਗ ਸੀਗੇ ਕਿਸਾਨ ਧਰਨਾ ਦੇ ਰਹੇ ਸੀਗੇ। ਸੋ ਇਹ ਮਸਲਾ ਵੱਧਦਾ ਜਾ ਰਿਹਾ ਹੈ। ਔਰ ਯੂਪੀ ਦੀ ਵਿਧਾਨ ਸਭਾ ਚੋਣਾਂ ਨੇ, ਪੰਜਾਬ 'ਚ ਵੀ ਨੇ। ਤਾਂ ਬੀਜੇਪੀ ਕਿਤੇ ਨਾ ਕਿਤੇ ਚਾਹੁੰਦੀ ਹੈ ਕਿ ਕਿਸਾਨਾਂ ਦਾ ਕੋਈ ਐਸਾ ਮੁੱਦਾ ਪੰਜਾਬ ਜਾਂ ਯੂਪੀ ਦੇ ਵਿੱਚ ਬਹੁਤ ਵੱਡੇ ਤਰੀਕੇ ਨਾਲ ਨਾ ਹੋ ਜਾਏ ਕਿ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਜਾਏ। ਸੋ ਉਹ ਵੀ ਇਸ ਮੀਟਿੰਗ 'ਚ ਮੰਥਨ ਚੱਲੇਗਾ ਕਿ ਕਿਸ ਤਰੀਕੇ ਨਾਲ ਇਹਨੂੰ ਹੱਲ ਕੀਤਾ ਜਾਏ ਤਾਂ ਕਿ ਬੀਜੇਪੀ ਨੂੰ ਫਾਇਦਾ ਹੋਵੇ। ਬਿਲਕੁਲ ਠੀਕ ਹੈ। ਉਧਰ ਬੀਬੀ ਹਰਸਿਮਰਤ ਕੌਰ ਬਾਦਲ ਦਾ ਵੀ ਬਿਆਨ ਸੁਣਾ ਦਈਏ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ, ਔਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਵੀ ਅਸੀਂ ਤੁਹਾਨੂੰ ਬਿਆਨ ਸੁਣਾਇਆ। ਪੰਜਾਬ ਸਰਕਾਰ ਨੇ ਅੱਜ ਵੱਡਾ ਫੈਸਲਾ ਲੈ ਕੇ ਪੈਟਰੋਲ ਦੇ ਰੇਟ ਅਸੀਂ 10 ਰੁਪਏ ਘੱਟ ਕਰ ਰਹੇ ਹਾਂ। ਅੱਜ ਹੀ ਰਾਤ ਤੋਂ 10 ਰੁਪਏ, 5 ਰੁਪਏ ਡੀਜ਼ਲ ਦੇ ਰੇਟ ਅੱਜ ਤੋਂ ਹੀ ਰਾਤ ਤੋਂ ਅਸੀਂ ਘੱਟ ਕਰ ਦਾਂਗੇ, ਜਿਹੜਾ ਕਿ ਪਿਛਲੇ 70 ਸਾਲਾਂ ਦੇ ਵਿੱਚ ਕਦੇ ਮੈਂ ਸੁਣਿਆ ਨਹੀਂ ਕਿ ਇੰਨਾ ਰੇਟ ਵੀ ਕਦੇ ਘਟਿਆ ਹੋਵੇ ਜਾਂ ਕਦੇ ਇੰਨਾ ਰੇਟ ਵਧਿਆ ਹੋਵੇ। ਮੈਂ 1900 ਨਵੰਬਰ 1986 'ਚ ਮੈਨੂੰ ਪੈਟਰੋਲ ਪੰਪ ਘਨੌਲੀ ਵਿਖੇ ਅਲਾਟ ਹੋਇਆ ਸੀ। ਨਾਮ ਸੀਗਾ ਜ਼ਿਮੀਂਦਾਰਾ ਫਿਲਿੰਗ ਸਟੇਸ਼ਨ, ਮੈਂ ਉਹਦਾ ਰੱਖਿਆ ਸੀ ਤੇ ਮੈਂ ਉੱਥੇ ਕਾਫੀ ਦੇਰ ਕੰਮ ਕੀਤਾ। ਅੱਜ ਤੱਕ ਕਦੇ ਇੰਨਾ ਨਹੀਂ ਰੇਟ ਘਟਿਆ ਕਿ ਲਗਾਤਾਰ ਇਕੱਠਾ ਹੀ 10 ਰੁਪਏ ਰੇਟ ਘਟ ਗਿਆ ਹੋਵੇ। तो मैं पंजाब ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ। 10 ਰੁਪਏ ਪੈਟਰੋਲ, 5 ਰੁਪਏ ਡੀਜ਼ਲ ਅੱਜ ਰਾਤ ਤੋਂ ਪੰਜਾਬ ਦੇ ਵਿੱਚ ਹੋਰ ਘਟ ਜਾਏਗਾ। ਤੇ ਨਾਲ ਮੈਂ ਮੁਬਾਰਕਬਾਦ ਦਿੰਦਾ ਪੰਜਾਬ ਦੇ ਲੋਕਾਂ ਨੂੰ। ਇਹ ਵੀ ਇੱਕ ਦੀਵਾਲੀ ਦਾ ਤੋਹਫਾ ਸਮਝਣ। ਇਸ ਤਰ੍ਹਾਂ ਦੇ ਤੋਹਫੇ ਹੋਰ ਵੀ ਆਉਣਗੇ, ਲੇਕਿਨ ਅਸੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਉਹਨਾਂ ਦੀ ਵਿੱਤ ਦੇ ਅਨੁਸਾਰ ਖਰਚਾ ਤੇ ਲੋੜ ਪਾਉਣਾ ਚਾਹੁੰਦੇ ਹਾਂ। ਸਾਡੇ ਟੈਕਸ, ਸਾਡੇ ਸਰਕਾਰੀ ਬੋਝ ਲੋਕਾਂ ਦੇ ਉੱਤੇ ਇੰਨਾ ਪਿਛਲੇ ਸਾਲਾਂ ਦੇ ਵਿੱਚ ਪਾਇਆ ਗਿਆ ਹੈ, ਜਿਹੜਾ ਕਿ ਆਮ ਲੋਕਾਂ ਤੋਂ, ਮਿਡਲ ਕਲਾਸ ਫੈਮਲੀਆਂ ਤੋਂ, ਗਰੀਬ ਲੋਕਾਂ ਤੋਂ ਚੱਕਰ, ਇੱਥੇ ਤੱਕ ਕਿ ਅਮੀਰ ਲੋਕਾਂ ਤੋਂ ਵੀ ਚੁੱਕਿਆ ਨਹੀਂ ਜਾ ਰਿਹਾ। ਉਸ ਨੂੰ ਅਸੀਂ ਹਰ ਖੇਤਰ ਦੇ ਵਿੱਚ ਘਟਾ ਰਹੇ, ਚਾਹੇ ਉਹ ਬਿਜਲੀ ਦਾ ਹੈ, 3 ਰੁਪਏ ਬਿਜਲੀ ਸਸਤੀ ਕਰ ਦਿੱਤੀ ਗਈ ਹੈ, ਚਾਹੇ ਉਹ ਬਿਜਲੀ ਦੇ ਬਕਾਏ ਜਿਹੜੇ ਗਰੀਬ ਲੋਕ ਜਾਂ ਮਿਡਲ ਕਲਾਸ ਫੈਮਲੀਆਂ ਦੇ ਨਹੀਂ ਪਾ ਰਹੀਆਂ ਸੀ, ਉਹ ਮਾਫ ਕਰ ਦਿੱਤੇ ਗਏ। ਪਾਣੀ ਦਾ ਲੋੜ ਹੈ, ਪਾਣੀ ਸਸਤਾ ਕਰ ਦਿੱਤਾ ਗਿਆ ਹੈ, ਬਿਜਲੀ ਸਸਤੀ ਕਰ ਦਿੱਤੀ ਗਈ ਹੈ। ਤੇ ਅੱਜ ਅਸੀਂ ਪੈਟਰੋਲ ਤੇ ਡੀਜ਼ਲ ਸਸਤਾ ਕਰ ਰਹੇ ਹਾਂ। ਮੁਬਾਰਕਾਂ ਦੇਰ ਆਏ ਦਰੁਸਤ ਆਏ। ਜਿੱਥੇ ਕੇਂਦਰ ਨੇ ਘਟਾਤੇ, 8-9 ਸੂਬਿਆਂ ਨੇ ਘਟਾਤੇ, ਅਕਾਲੀ ਦਲ ਮੰਗ ਕੇ ਹੰਬ ਗਿਆ ਕਿ ਤੁਸੀਂ ਘੱਟ ਤੋਂ ਘੱਟ 20 ਰੁਪਏ ਘਟਾਓ। ਮੈਂ ਵਧਾਈ ਦਿੰਦੀ ਆ ਕਿ ਘਟਾਏ, ਲੇਕਿਨ ਕਿੰਨੇ ਘਟਾਏ ਨੇ? 5 ਰੁਪਏ ਤੇ 10 ਰੁਪਏ 10 ਰੁਪਏ ਪੈਟਰੋਲ, 5 ਰੁਪਏ ਟੈਕਸ ਤਾਂ ਦੇਸ਼ ਤੋਂ ਸਭ ਤੋਂ ਵੱਧ ਲੈਂਦੇ ਨੇ। ਤਕਰੀਬਨ 50 ਰੁਪਏ ਦਾ ਟੈਕਸ ਜੇ ਲੈ ਜਾਂਦੇ ਤੇ ਕੱਟਣ ਵਾਸਤੇ ਇੰਨੀ ਕੰਜੂਸੀ।
ਖਜ਼ਾਨਾ ਤਾਂ ਚੰਨੀ ਸਾਹਿਬ ਕਹਿੰਦੇ ਸਾਡਾ ਭਰਿਆ ਹੋਇਆ ਖਜ਼ਾਨੇ 'ਚ ਤਾਂ ਘੱਟ ਕਮੀ ਨਹੀਂ ਹੈ। ਤੇ ਫਿਰ ਜਦ ਇੱਥੇ ਇੰਨੇ ਸ਼ੋਸ਼ੇ ਛੱਡ ਰਹੇ ਨੇ, ਘੱਟ ਤੋਂ ਘੱਟ 20 ਰੁਪਏ ਘਟਾ ਦਿੰਦੇ ਤਾਂ ਕਿ ਕਿਸਾਨ ਸੜਕਾਂ 'ਚ ਜਿਹੜੇ ਬੈਠੇ ਹੋਏ ਨੇ, ਵਪਾਰੀਆਂ ਦਾ ਨੁਕਸਾਨ ਹੋ ਰਿਹਾ, ਮਹਿੰਗਾਈ ਦਾ ਬੋਝ ਗਰੀਬ ਦੇ ਉੱਤੇ ਪੈ ਰਿਹਾ ਹੈ। 100 ਦਿਨ ਦੀ ਸਰਕਾਰ ਬੰਦਾ ਯਾਦ ਰੱਖਦਾ ਕਿ ਚੰਨੀ ਸਾਹਿਬ 20 ਰੁਪਏ ਘਟਾ ਕੇ ਗਏ ਸੀ। ਅਕਾਲੀ ਦਲ ਦੇ ਧਰਨੇ ਦਾ ਕੋਈ ਇੰਪੈਕਟ ਹੈਗਾ ਜੀ? ਬਿਲਕੁਲ, ਇਹ ਤਾਂ ਆਪਾਂ ਤਾਂ ਕਿਹਾ ਹੀ ਸੀਗਾ ਕਿ ਜੇ ਇਹ ਮੁਆਵਜ਼ਾ ਜਿਹੜਾ ਨੁਕਸਾਨ ਹੋਇਆ ਫਸਲ ਦਾ ਮੁਆਵਜ਼ਾ ਨਹੀਂ ਦਿੰਦੇ, ਜੇ ਡੀਜ਼ਲ ਪੈਟਰੋਲ ਦੀ ਕੀਮਤਾਂ ਨਹੀਂ ਘਟਾਉਂਦੇ, ਇਹ ਅਕਾਲੀ ਦਲ ਲਗਾਤਾਰ ਇਹ ਧਰਨੇ ਦੇ ਕੇ ਸੀਐਮ ਨੂੰ ਘੇਰਦਾ ਰਹੂਗਾ। ਤੇ ਮੈਨੂੰ ਖੁਸ਼ੀ ਹੈ ਕਿ ਦੇਰ ਆਏ ਦਰੁਸਤ ਆਏ ਤੇ ਸਾਡੀ ਮੰਗ ਮੰਗੀ ਹੈ। ਹੁਣ ਮੈਂ ਆ ਵੀ ਬੇਨਤੀ ਕਰਾਂਗੀ ਕਿ ਤੁਸੀਂ ਕਿਹਾ ਖਜ਼ਾਨਾ ਖਾਲੀ ਨਹੀਂ ਹੈ, ਬਾਕੀ ਵੀ ਤੁਹਾਡੇ ਜਿਹੜੇ ਵਾਅਦੇ ਹੈਗੇ ਉਹ ਘਰ ਘਰ ਨੌਕਰੀ ਪਹੁੰਚਾਉਣਾ, ਸਾਰਾ ਕਰਜ਼ਾ ਮਾਫ ਕਰਨਾ, ਘਿਓ ਤੇ ਖੰਡ ਗਰੀਬਾਂ ਨੂੰ ਦੇਣਾ, ਬੇਰੋਜ਼ਗਾਰੀ ਭੱਤਾ ਦੇਣਾ, ਮੋਬਾਈਲ ਫੋਨ, ਉਹ ਸਾਰੇ ਤੁਸੀਂ ਪੂਰੇ ਕਰੋ। ਬਿਜਲੀ ਮਹਿਕਮੇ ਨੂੰ ਪਹਿਲੇ ਤੋਂ ਹੀ ਚੰਨੀ ਸਰਕਾਰ ਨੇ 7000 ਕਰੋੜ ਦਾ ਬੋਝ ਪਾਇਆ, ਜਿਹੜੇ ਪੈਸੇ ਭਰੇ ਨਹੀਂ ਹੈਗੇ, ਜਿਹਦੇ ਵਿੱਚੋਂ ਸਰਕਾਰੀ ਮਹਿਕਮਾ ਦਫ਼ਤਰਾਂ ਨੇ ਤਕਰੀਬਨ 2000 ਕਰੋੜ ਦੇਣੇ ਹੈਗੇ। ਤੇ ਜਦ ਅੱਗੇ ਹੀ 7000 ਕਰੋੜ ਦਾ ਬੋਝ ਹੈਗਾ, ਉਹ ਅੱਗੇ ਹੀ ਬੰਦ ਹੋਣ ਦੇ ਤਾਦਾਦ 'ਚ ਆ ਗਏ। ਥਰਮਲ ਪਲਾਂਟ ਤੁਸੀਂ ਅੱਡ ਬੰਦ ਕਰੀ ਜਾ ਰਹੇ ਹੋ ਤੇ ਹੁਣ ਇਹ ਐਲਾਨ ਕਰਕੇ ਤੁਸੀਂ ਸਿਰਫ ਟਾਈਮ ਟਪਾਉਣ ਦੀ ਗੱਲ ਕਰ ਰਹੇ ਹੋ। ਜੇ ਤੁਸੀਂ ਬਿਜਲੀ ਦੇ ਮਾਫ ਕਰਨੇ ਸੀਗੇ ਨਾ, ਕਿਹਦਾ ਕਿੰਨਾ ਬਕਾਇਆ ਹੈ, ਸਾਰੀ ਲਿਸਟ ਉੱਥੇ ਹੈਗੀ, ਉਹਨਾਂ ਤੋਂ ਇਕੱਲੇ ਚਿੱਠੀ ਆਣੀ ਚਾਹੀਦੀ ਤੁਹਾਡਾ ਬਕਾਇਆ ਮਾਫ ਤੁਹਾਡੇ ਬਿਜਲੀ ਦਾ। ਸੋ ਇਹ ਕੋਡ ਆਫ ਕੰਡਕਟ ਤਾਈਂ ਟਾਈਮ ਟਪਾਉਣ ਦਾ ਕੰਮ ਸਾਡੇ ਫੋਟੋ ਮੰਤਰੀ, ਮੁੱਖ ਮੰਤਰੀ ਜਿਹੜੇ ਕਰ ਰਹੇ ਨੇ, ਪ੍ਰਚਾਰ ਮੰਤਰੀ ਆਪਣੇ ਪ੍ਰਚਾਰ 'ਚ ਲੱਗੇ ਹੋਏ ਨੇ। ਲੋਕਾਂ ਦੇ ਹੱਥ 'ਚ ਕੀ ਆਇਆ? ਪਰਸੋਂ ਮੈਂ ਦੇਖਿਆ ਦੀਵਾਲੀ 'ਚ ਪਤਾ ਨਹੀਂ ਕਿਹਨੂੰ ਮਕਾਨ ਦੇ ਕੇ ਦੀਵਾ ਚਲਾਨ ਪਹੁੰਚ ਕੇ। ਅੱਜ ਮੈਂ ਤੁਹਾਡੇ ਜਲਾਲਾਬਾਦ ਦੇ ਗਰੀਬਾਂ ਨੂੰ ਪੁੱਛਿਆ, ਉਹਨਾਂ ਨੂੰ ਤਾਂ ਕੱਖ ਨਹੀਂ ਮਿਲਿਆ। ਤੁਹਾਡੇ ਰਾਹੀਂ ਮੈਂ ਪੁੱਛਦੀ ਹਾਂ, ਜੇ ਤੁਸੀਂ ਗਰੀਬ ਹੋ ਤੁਹਾਨੂੰ ਕੋਈ ਮਕਾਨ ਮਿਲਿਆ? ਜੇ ਤੁਸੀਂ ਵਪਾਰੀ ਹੋ ਤੁਹਾਨੂੰ ਕੋਈ ਰਾਹਤ ਮਿਲੀ? ਜੇ ਕੋਈ ਤੁਸੀਂ ਕਿਸਾਨ ਹੋ ਕਿ ਤੁਹਾਡਾ ਸਾਰਾ ਕਰਜ਼ਾ ਮਾਫ ਹੋ ਗਿਆ? ਕਿ ਤੁਹਾਡੇ ਬੱਚਿਆਂ ਨੂੰ ਨੌਕਰੀ ਮਿਲ ਗਈ ਹੈ? ਜੇ ਨਹੀਂ ਤੇ ਇਹ ਸਰਕਾਰ ਨੇ ਤੁਹਾਨੂੰ ਕੁਝ ਦਿੱਤਾ? ਜੇ ਨਹੀਂ ਦਿੱਤਾ ਤੇ ਫਿਰ ਇਹ ਤੁਹਾਡੇ ਵੋਟ ਦੇ ਹੱਕਦਾਰ ਨਹੀਂ ਹੈਗੇ, ਭਾਵੇਂ ਡਰਾਮਾ ਮੰਤਰੀ, ਮੁੱਖ ਮੰਤਰੀ, ਮਜਬੂਰ ਮੁੱਖ ਮੰਤਰੀ ਹੋਏ ਜਾਂ ਰਾਜਾ ਹੋਏ। ਤੇ ਇੱਕ ਲੈਟਰ ਬੰਬ ਮਾਰਿਆ ਗਿਆ ਹੈ ਏਜੀ ਪੰਜਾਬ ਵੱਲੋਂ, ਕਿਵੇਂ ਦੇਖਦੇ ਹੋ? ਐਡਵੋਕੇਟ ਜਨਰਲ ਪੰਜਾਬ ਦਾ ਜਿਹੜਾ ਅੱਜ ਦਾ ਪੱਤਰ ਹੈ ਉਹ ਬੰਬ ਹੀ ਨਹੀਂ, ਕਾਂਗਰਸ ਸਰਕਾਰ ਦੀ, ਕਾਂਗਰਸ ਦੀ ਸੋਚ ਦੀ, ਔਰ ਪੰਜਾਬ ਦੇ ਅੰਦਰ ਜਿਹੜੇ ਲੋਕ ਰਾਜਨੀਤਿਕ ਰੋਟੀਆਂ ਕਿਸ ਤਰ੍ਹਾਂ ਸੇਕ ਰਹੇ ਨੇ ਔਰ ਕਿਸ ਤਰ੍ਹਾਂ ਹੋੜ ਲੱਗੀ ਹੈ ਕਾਂਗਰਸ ਸਰਕਾਰ ਦੇ ਅੰਦਰ ਮੁੱਦਿਆਂ ਦੀ ਰਾਜਨੀਤੀ ਨੂੰ ਗਰਮਾ ਕੇ ਝੂਠੇ ਲਾਭ ਲੈਣ ਦੀ। ਇਹ ਸਪਸ਼ਟ ਹੁੰਦਾ ਕਿ ਕਿਸ ਤਰ੍ਹਾਂ ਐਡਵੋਕੇਟ ਜਨਰਲ ਨੇ ਦੱਸਿਆ ਹੈ। ਔਰ ਅਸੀਂ ਤਾਂ ਬਹੁਤ ਦੇਰ ਤੋਂ ਕਹਿ ਰਹੇ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ, ਸੰਵੇਦਨਸ਼ੀਲ, ਦਿਲ ਨੂੰ ਛੂਹਣ ਵਾਲੇ, ਹਿੰਦੁਸਤਾਨ ਦੇ ਹਰ ਨਾਗਰਿਕ ਦਾ ਜਿਹੜਾ ਰਿਸਪੈਕਟ ਦਾ, ਉਸ ਗੱਲ ਤੇ ਵੀ ਕਾਂਗਰਸ ਪੋਲਿਟਿਕਸ ਕਰ ਰਹੀ ਹੈ ਔਰ ਬਾਕੀ ਦਲ ਵੀ ਪੋਲਿਟਿਕਸ ਕਰ ਰਹੇ। ਸਜ਼ਾ ਮਿਲਣੀ ਚਾਹੀਦੀ ਹੈ। ਸਜ਼ਾ ਦਵਾਉਣ ਦੀ ਬਜਾਏ ਕੁਝ ਲੋਕ ਔਰ ਤੇ ਰਾਜਨੀਤਿਕ ਰੋਟੀਆਂ ਸੇਕ ਰਹੇ। ਦੁਰਭਾਗਯ ਹੈ। ਔਰ ਚਾਹੇ ਉਹ ਨਸ਼ੇ ਦਾ ਮਸਲਾ ਹੋਏ, ਚਾਹੇ ਕੁਛ ਹੋਏ। 5 ਸਾਲ ਬੀਤਣ ਨੂੰ ਆ ਗਏ। ਜਿਹੜੀ ਸੌਂ ਚੁੱਕੀ ਸੀ, ਜਿਹੜੀ ਕਾਂਗਰਸ ਪਾਰਟੀ ਦੀ ਕਮਿਟਮੈਂਟ ਸੀ 9/1/2017 ਨੂੰ ਸਰਦਾਰ ਮਨਮੋਹਨ ਸਿੰਘ ਦੀ ਲੀਡਰਸ਼ਿਪ 'ਚ, ਇੱਕ ਕਦਮ ਵੀ ਕਾਂਗਰਸ ਉਰ ਤੇ ਅੱਗੇ ਨਹੀਂ ਵਧੀ। ਔਰ ਕਮੇਡੀਅਨ ਨਵਜੋਤ ਸਿੰਘ ਸਿੱਧੂ ਦੇ ਹੱਥ 'ਚ ਜਦੋਂ ਦੀ ਕਮਾਂਡ ਆਈ ਹੈ, ਉਹ ਇਸ ਤਲਵਾਰ ਦਾ ਪ੍ਰਯੋਗ ਆਪਣੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਕਿਲ ਕਰਨ ਵਾਸਤੇ ਕਰ ਰਿਹਾ ਔਰ ਪੰਜਾਬ ਦੇ ਅੰਦਰ ਇਹਨਾਂ ਮੁੱਦਿਆਂ ਦੇ ਉੱਤੇ ਆਪਣਾ ਰਾਜਨੀਤਿਕ ਲਾਭ ਲੈ ਰਿਹਾ। ਗੱਲ ਮੈਂ ਹੀ ਨਹੀਂ ਕਹਿ ਰਿਹਾ, ਗੱਲ ਪੰਜਾਬ ਦਾ ਐਡਵੋਕੇਟ ਜਨਰਲ ਵੀ ਕਹਿ ਰਿਹਾ ਔਰ ਪੰਜਾਬ ਦੀ ਜਨਤਾ ਇਸ ਗੱਲ ਨੂੰ ਸਮਝਦੀ ਹੈ। ਮੇਰੀ ਬੇਨਤੀ ਹੈ ਚੰਨੀ ਔਰ ਸਿੱਧੂ ਦੀ ਜੋੜੀ ਨੂੰ, ਪੰਜਾਬ ਸੰਵੇਦਨਸ਼ੀਲ ਹੈ, ਪੰਜਾਬ ਸੀਮਾਵਰਤੀ ਹੈ। ਰਾਜਨੀਤਿਕ ਲਾਭ ਲੱਲੇ ਨੇ ਕੁਰਸੀ ਦੀ ਲੜਾਈ 'ਚ 5 ਸਾਲ ਬਤਾਤੇ। ਕਦੀ BSF ਦਾ ਮਸਲਾ ਹੋਵੇ ਤਾਂ ਤੁਸੀਂ ਸੰਵੇਦਨਸ਼ੀਲਤਾ ਵੱਲ ਲੈ ਜਾਂਦੇ ਹੋ। ਉਧਰ ਮੋਰਿੰਡਾ 'ਚ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸਨ ਪੰਜਾਬ ਦੇ ਅਧਿਆਪਕ। NSQF ਵੋਕੇਸ਼ਨਲ ਅਧਿਆਪਕ ਯੂਨੀਅਨ, ਔਰ ਜਦੋਂ ਰੋਸ ਰੈਲੀ ਕਰਕੇ ਮੋਰਿੰਡਾ ਵਿਖੇ ਰੋਸ ਰੈਲੀ ਕੀਤੀ, ਮੁਜ਼ਾਹਰਾ ਕੀਤਾ, ਤੇ ਅਧਿਆਪਕ ਜਦੋਂ ਚਰਨਜੀਤ ਚੰਨੀ ਦੀ ਰਿਹਾਇਸ਼ ਵੱਲ ਨੂੰ ਅੱਗੇ ਵਧੇ ਤਾਂ ਫਿਰ ਇਹਨਾਂ ਨੂੰ ਰੋਕਿਆ ਗਿਆ ਤੇ ਇਕੱਠ ਵਧਣੋਂ ਨਹੀਂ ਹਟਿਆ ਤੇ ਫਿਰ ਪੁਲਿਸ ਨੇ ਬਲ ਪ੍ਰਯੋਗ ਕੀਤਾ। ਇਸ ਦੌਰਾਨ ਕਈ ਮੁਲਾਜ਼ਮ ਤੇ ਕਈ ਅਧਿਆਪਕ ਜ਼ਖਮੀ ਵੀ ਹੋਏ। ਆਓ ਸੁਣਦੇ ਹਾਂ ਇਹਨਾਂ ਦੀ ਗੱਲ। ਪਿਛਲੇ 152 ਦਿਨਾਂ ਤੋਂ ਅਸੀਂ ਪਟਿਆਲਾ ਦੇ ਵਿਖੇ ਆਪਣੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਪੱਕੇ ਧਰਨੇ ਤੇ ਬੈਠੇ ਹੋਏ ਹਾਂ, ਪੱਕੇ ਮੋਰਚੇ ਤੇ ਬੈਠੇ ਹੋਏ ਹਾਂ। ਸਰਕਾਰਾਂ ਨੇ ਜਿਹੜੇ ਆਪਣੇ ਅਹੁਦੇਦਾਰ ਬਦਲ ਲਏ, ਆਪਣਾ ਮੰਤਰੀ ਮੰਡਲ ਬਦਲ ਲਿਆ, ਆਪਣੇ ਵਿਭਾਗ ਦੇ ਅਹੁਦੇਦਾਰ ਬਦਲ ਲਏ
ਪਰ ਸਾਡੀਆਂ ਜਿਹੜੀਆਂ ਮੰਗਾਂ ਨੇ, ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ, ਕਿ ਅਸੀਂ ਪਿਛਲੇ 7 ਸਾਲਾਂ ਤੋਂ ਜਿਹੜੇ ਸਿੱਖਿਆ ਵਿਭਾਗ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਅੰਦਰ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਜਿਹੜੀ ਦੇ ਰਹੇ ਹਾਂ, ਅਸੀਂ ਵੋਕੇਸ਼ਨਲ ਸਿੱਖਿਆ ਪ੍ਰੋਵਾਈਡ ਕਰ ਰਹੇ ਹਾਂ, ਬੱਚਿਆਂ ਨੂੰ ਅਸੀਂ ਨੌਕਰੀਆਂ ਤੇ ਲਗਵਾ ਰਹੇ ਹਾਂ। ਸਾਡੇ ਜਿਹੜੇ ਰਿਜ਼ਲਟ ਨੇ ਉਹ ਜਿਹੜੀਆਂ ਕ੍ਰੈਡਿਟ ਆ ਉਹਦਾ ਸਰਕਾਰਾਂ ਲੈ ਰਹੀਆਂ ਨੇ, ਜਿਹੜੇ ਨੌਕਰੀ ਮੇਲਿਆਂ ਦੇ ਵਿੱਚ ਸਾਡੇ ਬੱਚੇ ਜਿਹੜੇ ਪੜ੍ਹਾਏ ਹੋਏ ਸਿਲੈਕਟ ਹੋ ਰਹੇ ਨੇ। ਪਰ ਜਿਹੜੀਆਂ ਸਰਕਾਰਾਂ ਨੇ ਸਾਨੂੰ ਸਾਡੇ ਜਿਹੜੇ ਹੱਕ ਨੇ, ਸਾਡੇ ਜਿਹੜੇ ਹੁਣ ਤੱਕ ਮਿਲਣੇ ਜਿਹੜੇ ਲਾਭ ਸੀ ਜਿਹੜੇ ਉਹਨਾਂ ਤੋਂ ਵਾਂਝੇ ਰੱਖਿਆ। ਸੋ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ। ਨਵੇਂ ਅਤੇ ਤਾਜ਼ੀ ਅਪਡੇਟ ਨਾਲ ਫਿਰ ਮੁਲਾਕਾਤ ਹੋਏਗੀ। ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।